Thanks students, once again welcome back to my YouTube channel. This is a third part of the first chapter related to the accountancy, that is a introduction of to the accountancy. ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਵਾਂ ਵੀ ਜਿਹੜੇ ਵੀ ਬੱਚੇ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਤਾਂ ਉਸ ਵੀਡੀਓ ਦੇ ਵਿੱਚ ਜਿਹੜੇ ਵੀ ਮੈਂ ਤੁਹਾਨੂੰ ਪੁਆਇੰਟਸ ਇਸ ਦੇ ਵਿੱਚ ਐਕਸਪਲੇਨ ਕਰ ਰਿਹਾ ਵਾਂ ਤੁਸੀਂ ਉਹਨਾਂ ਦੇ ਹਿੰਟ ਐਜ਼ ਇਟ ਇਜ਼ ਆਪਣੀ ਚਾਹੇ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਲਿਖ ਸਕਦੇ ਹੋ, ਪਰ ਜਿਹੜੇ ਪੁਆਇੰਟ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਵਾਂ ਉਹਨੂੰ ਐਜ਼ ਇਟ ਇਜ਼ ਹੀ ਲਿਖੋ ਅਤੇ ਜਿਹੜਾ ਉਹਦੀ ਅੰਦਰਲੀ ਐਕਸਪਲੇਨੇਸ਼ਨ ਆ ਉਹ ਚਾਹੇ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਕਿਸੇ ਵੀ ਲੈਂਗੁਏਜ 'ਚ ਲਿਖ ਸਕਦੇ ਹੋ, ਪੰਜਾਬੀ, ਇੰਗਲਿਸ਼, ਹਿੰਦੀ, ਜਿਹੜੀ ਵੀ ਤੁਹਾਨੂੰ ਸਮਝ ਆਉਂਦੀ ਆ, ਵੀ ਤਾਂ ਜੋ ਤੁਹਾਨੂੰ ਉਹ ਕਨਸੈਪਟ ਈਜ਼ੀਲੀ ਯਾਦ ਰਹਿ ਜਾਵੇ। ਬਟ ਜੇਕਰ ਫਿਰ ਵੀ ਕਿਸੇ ਚੀਜ਼ ਦੇ ਵਿੱਚ ਜਾਂ ਕੋਈ ਵੀ ਚੀਜ਼ ਦੇ ਵਿੱਚ ਤੁਹਾਨੂੰ ਟੌਪਿਕ ਦੇ ਵਿੱਚ ਕੋਈ ਵੀ ਪ੍ਰੋਬਲਮ ਰਾਈਜ਼ ਹੋ ਰਹੀ ਆ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਤਾਂ ਜੋ ਮੈਂ ਉਸ ਦੇ ਰਿਲੇਟਡ ਤੁਹਾਡੀ ਉਹ ਪ੍ਰੋਬਲਮ ਨੂੰ ਸੌਰਟ ਆਊਟ ਕਰ ਸਕਾਂ। ਸਟਾਰਟ ਕਰਦੇ ਹਾਂ ਅੱਜ ਦੇ ਸੈਸ਼ਨ ਨੂੰ। ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਕੀ ਪੜ੍ਹਨਾ ਵਾ ਪਹਿਲਾਂ ਉਹਦੇ ਬਾਰੇ ਡਿਸਕਸ ਕਰਦੇ ਹਾਂ। ਅੱਜ ਅਸੀਂ ਗੱਲ ਕਰਾਂਗੇ, ਅੱਜ ਅਸੀਂ ਫਸਟ ਚੈਪਟਰ ਪੂਰਾ ਕੰਪਲੀਟ ਕਰਨਾ ਵਾ ਅੱਜ ਦੇ ਸੈਸ਼ਨ ਦੇ ਵਿੱਚ ਹੀ। ਅੱਜ ਅਸੀਂ ਗੱਲ ਕਰਾਂਗੇ ਟਾਈਪਸ ਆਫ ਟੂ ਦੀ ਅਕਾਊਂਟਿੰਗ ਇਨਫੋਰਮੇਸ਼ਨ, ਸੈਕਿੰਡ ਹੈਗਾ ਨੀਡਸ ਆਫ ਟੂ ਦੀ ਅਕਾਊਂਟਿੰਗ, ਐਂਡ ਥਰਡ ਵਨ ਐਂਡ ਲਾਸਟ ਵਨ ਇਜ਼ ਟੂ ਦੀ ਅਕਾਊਂਟਿੰਗ ਰੋਲ ਆਫ ਦੀ ਅਕਾਊਂਟਿੰਗ ਇਨ ਦੀ ਬਿਜ਼ਨਸ। ਅੱਜ ਅਸੀਂ ਇਹ ਟੌਪਿਕਸ ਸਾਰੇ ਪੜ੍ਹਨੇ ਆ। ਸਟਾਰਟ ਕਰਦੇ ਹਾਂ ਟੌਪਿਕ ਨੂੰ। ਟੌਪਿਕ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੀ ਅਕਾਊਂਟਿੰਗ ਕਿੱਥੇ ਕਿੱਥੇ ਯੂਜ਼ ਹੁੰਦੀ ਆ, ਜਾਂ ਟਾਈਪਸ ਆਫ ਅਕਾਊਂਟਿੰਗ ਕੀ ਹੁੰਦੇ ਆ, ਅਕਾਊਂਟਿੰਗ ਕਿੰਨੇ ਤਰ੍ਹਾਂ ਦੀ ਹੁੰਦੀਆਂ ਨੇ, ਜਾਂ ਸਾਨੂੰ ਅਕਾਊਂਟਿੰਗ ਕਿਵੇਂ ਪੜ੍ਹਨੀ ਪੈਂਦੀ ਆ, ਅਕਾਊਂਟਿੰਗ ਦਾ ਮਤਲਬ ਕੀ ਹੁੰਦਾ। ਵੈਸੇ ਜੋ ਆਮ ਭਾਸ਼ਾ ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਅਕਾਊਂਟੈਂਸੀ ਦਾ ਮਤਲਬ ਕੀ ਹੁੰਦਾ ਵੀ ਕੋਈ ਵੀ ਚੀਜ਼ ਜਿਹਦੇ ਨਾਲ ਅਸੀਂ ਪੈਸੇ ਨਾਲ ਕੁਝ ਵੀ ਲੈਣ ਦੇਣ ਕੀਤਾ ਵਾ ਉਹਨੂੰ ਆਪਣੀ ਕਾਪੀ ਦੇ ਵਿੱਚ ਹੈਂਡ ਰਿਟਨ ਜਾਂ ਕੰਪਿਊਟਰਾਈਜ਼ ਕਰ ਲੈਣਾ, ਉਹਨੂੰ ਅਸੀਂ ਕਹਿੰਦੇ ਹਾਂ ਅਕਾਊਂਟਿੰਗ ਕਹਿ ਦਿੰਦੇ ਹਾਂ। ਅਕਾਊਂਟਿੰਗ ਦੇ ਵਿੱਚ ਜਿਵੇਂ ਕਿ ਅਸੀਂ ਕਿੰਨਾ ਖਰਚਾ ਹੋਇਆ ਅਤੇ ਕਿੰਨੀ ਆਮਦਨ ਹੋਈ, ਸਾਡੇ ਪੇਰੈਂਟਸ ਜ਼ਿਆਦਾਤਰ ਇਹ ਚੀਜ਼ਾਂ ਦਾ ਧਿਆਨ ਰੱਖਦੇ ਆ, ਬੱਚੇ ਜ਼ਿਆਦਾਤਰ ਨਹੀਂ ਧਿਆਨ ਰੱਖਦੇ। ਤਾਂ ਇਹ ਅਕਾਊਂਟਿੰਗ ਜਿਹੜੀ ਆ ਉਹ ਸਾਡੇ ਹੋਮਮੇਡ ਯਾਨੀ ਕਿ ਘਰ ਤੋਂ ਵੀ ਸਟਾਰਟ ਹੋ ਕੇ ਇਹ ਕਮਰਸ਼ੀਅਲ ਲੈਵਲ ਤੱਕ ਪਹੁੰਚਦੀ ਆ। ਅਸੀਂ ਜਿਹੜੇ ਆ ਹੁਣ ਅਸੀਂ ਕਮਰਸ਼ੀਅਲ ਲੈਵਲ ਦੇ ਉੱਤੇ ਪਹੁੰਚਾਂਗੇ। ਗੱਲ ਕਰੀਏ ਵੀ ਅਕਾਊਂਟਿੰਗ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਅਕਾਊਂਟਿੰਗ ਫਸਟ ਅਕਾਊਂਟਿੰਗ ਹੁੰਦੀ ਹੈ ਫਿਕਸਡ ਐਸਟ, ਸੈਕਿੰਡ ਇਨਵੈਂਟਰੀ ਕੰਟਰੋਲ, ਥਰਡ ਇਜ਼ ਅਕਾਊਂਟਿੰਗ ਰਿਸੀਵੇਬਲ, ਆਰਡਰ ਐਂਟਰੀਜ਼, ਕਾਸਟ ਅਕਾਊਂਟਿੰਗ, ਰੋਲ ਪੇਜ਼, ਐਂਡ ਲਾਸਟ ਵਨ ਇਜ਼ ਟੂ ਦੀ ਅਕਾਊਂਟਸ ਪੇਏਬਲ। ਇਹ ਜਿਹੜੀਆਂ ਅਕਾਊਂਟਿੰਗਸ ਦੀਆਂ ਟਾਈਪਸ ਨੇ, ਤੁਸੀਂ ਇਹਨਾਂ ਨੂੰ ਮੈਂ ਹੁਣ ਜਿਹੜਾ ਨੈਕਸਟ ਪੇਜ ਆ ਉਹਦੇ ਵਿੱਚ ਐਕਸਪਲੇਨ ਕਰੂੰਗਾ, ਤਾਂ ਤੁਸੀਂ ਉਹਨੂੰ ਚੱਜ ਨਾਲ ਸੁਣਨਾ ਵਾ ਅਤੇ ਜਿਹੜੀ ਚੀਜ਼ਾਂ ਦੇ ਵਿੱਚ ਪ੍ਰੋਬਲਮ ਆਏ ਤਾਂ ਉਹ ਲਿਖ ਕੇ ਆਪਣੇ ਕਮੈਂਟ ਬਾਕਸ ਦੇ ਵਿੱਚ ਪਾ ਸਕਦੇ ਹੋ। ਸਟਾਰਟ ਕਰਦੇ ਹਾਂ ਵੀ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਆ। ਫਸਟ ਜਿਹੜੀ ਆ ਟਾਈਪਸ ਆਫ ਅਕਾਊਂਟਿੰਗ ਇਨਫੋਰਮੇਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਆ। ਪਹਿਲੀ ਹੈਗੀ ਫਿਕਸਡ ਐਸਟ। ਹੁਣ ਪਹਿਲਾਂ ਅਸੀਂ ਗੱਲ ਕਰੀਏ ਕਿਉਂਕਿ ਤੁਸੀਂ ਕਦੀ ਸੁਣਿਆ ਨਹੀਂ ਹੋਣਾ ਇਹ ਵਰਡ ਫਿਕਸਡ ਐਸਟ। ਵਟ ਯੂ ਮੀਨ ਬਾਈ ਦੀ ਫਿਕਸਡ ਐਸਟ, ਇਹ ਕੀ ਹੁੰਦਾ ਵਾ, ਅਸੀਂ ਕਿਸ ਤਰੀਕੇ ਨਾਲ ਚੱਲਦਾ ਵਾ, ਜਾਂ ਇਹਦਾ ਮਤਲਬ ਕੀ ਹੁੰਦਾ ਵਾ। ਇਸ ਚੀਜ਼ ਨੂੰ ਸੌਰਟ ਆਊਟ ਕਰਦੇ ਹਾਂ, ਪੂਰੇ ਬੇਸ ਤੋਂ ਚੱਕਦੇ ਹਾਂ ਵੀ ਫਿਕਸਡ ਐਸਟ ਕਿਹੜੀ ਹੁੰਦੀ ਆ। ਉਹ ਐਸਟ ਆ ਜਾਂ ਕੋਈ ਅਜਿਹੀ ਚੀਜ਼ ਜਿਹੜੀ ਕਿ ਸਾਡੀ 1 ਸਾਲ ਤੋਂ ਵੱਧ ਸਮਾਂ ਕੱਟ ਜਾਵੇ ਤਾਂ ਉਹ ਸਾਡੀ ਕੀ ਬਣ ਜਾਂਦੀ, ਇੱਕ ਫਿਕਸਡ ਐਸਟ ਬਣ ਜਾਂਦੀ ਹੈ। ਐਗਜ਼ਾਮਪਲ ਦੇ ਤੌਰ 'ਤੇ ਅਸੀਂ ਕੀ ਆ, ਇੱਕ ਬਾਈਕ ਲਈ ਆ। ਬਾਈਕ ਅਸੀਂ ਕਦੀ ਇਹ ਨਹੀਂ ਸੋਚ ਕੇ ਲੈਂਦੇ ਵੀ ਅਸੀਂ ਸਿਰਫ 2 ਦਿਨ ਚਲਾਉਣੀ ਆ ਅਤੇ ਉਸ ਤੋਂ ਬਾਅਦ ਅਸੀਂ ਚੇਂਜ ਕਰ ਦਾਂਗੇ। ਅਸੀਂ ਉਹਨੂੰ ਖਰੀਦਦੇ ਹਾਂ ਤਾਂ ਜੋ ਅਸੀਂ ਲੰਬੇ ਸਮੇਂ ਤੱਕ ਜਿਹੜੀ ਆਪਣੀ ਜ਼ਰੂਰਤਾਂ ਨੂੰ ਪੂਰਾ ਕਰ ਸਕੀਏ। ਤਾਂ ਉਹ ਸਾਡੀ ਇੱਕ ਕੀ ਬਣ ਗਈ, ਫਿਕਸਡ ਐਸਟ ਬਣ ਗਈ, ਜਾਣੀ ਕਿ ਉਹ ਮੋਰ ਦੈਨ 1 ਈਅਰ ਤੋਂ ਜ਼ਿਆਦਾ ਚੱਲੇਗੀ। ਜਿਹੜੀ ਲੈਸ ਦੈਨ 1 ਈਅਰ ਤੋਂ ਹੋਏਗੀ, ਘੱਟ ਚੱਲਣ ਵਾਲੀਆਂ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਖਰੀਦ ਲੈਂਦੇ ਹਾਂ ਅਤੇ ਉਹ ਸਾਡੀ ਬਣ ਜਾਂਦੀ ਆ। ਜਦੋਂ ਜਿਵੇਂ ਕਿ ਹੁਣ ਅਸੀਂ ਬਾਈਕ ਖਰੀਦੀ, ਪੈਸੇ ਦਿੱਤੇ ਤਾਂ ਉਹ ਸਾਡੇ ਨਾਮ ਚੜ੍ਹ ਜਾਂਦੀ, ਉਹਦੀ ਰਜਿਸਟ੍ਰੇਸ਼ਨ ਹੁੰਦੀ ਆ ਤਾਂ ਉਹ ਸਾਡੇ ਨਾਮ ਦੇ ਉੱਤੇ ਚੜ੍ਹ ਜਾਂਦੀ ਆ। ਤਾਂ ਇਸ ਦਾ ਮਤਲਬ ਕੀ ਆ ਵੀ ਹੁਣ ਅਸੀਂ ਉਹ ਜਿਹੜੀ ਮੇਰੀ ਚੀਜ਼ ਆ ਉਹਦਾ ਹੱਕਦਾਰ ਮੈਂ ਆ, ਜਾਣੀ ਕਿ ਉਸ ਦੇ ਉੱਤੇ ਮੇਰਾ ਨਾਮ ਚੜ੍ਹ ਗਿਆ ਤਾਂ ਮੈਂ ਹੁਣ ਉਹਦਾ ਓਨਰ ਬਣ ਗਿਆ। ਤਾਂ ਇਸ ਕਰਕੇ ਉਹਨੂੰ ਕੀ ਮੰਨਿਆ ਜਾਂਦਾ, ਇੱਕ ਫਿਕਸਡ ਐਸਟ ਮੰਨਿਆ ਜਾਂਦਾ। ਫਿਕਸਡ ਐਸਟ ਸਿਰਫ ਉਹ ਹੁੰਦੀਆਂ ਨੇ ਜਿਹੜੀਆਂ ਕਿ 1 ਈਅਰ ਮੋਰ ਦੈਨ 1 ਈਅਰਸ ਤੋਂ ਜ਼ਿਆਦਾ ਚੱਲਣ। ਇਹ ਨਹੀਂ ਹੈਗਾ ਵੀ 1 ਸਾਲ 1 ਦਿਨ ਚੱਲੇ ਤਾਂ ਉਹ ਕੀ ਹੈ ਫਿਕਸਡ ਐਸਟ ਬਣ ਜਾਂਦੀਆਂ ਨੇ। ਬਟ ਜੇਕਰ ਲੈਸ ਦੈਨ 1 ਦਿਨ ਵੀ ਘੱਟ ਗਿਆ, ਜਿਵੇਂ 365 ਡੇਜ਼ ਜਾਂ 364 ਡੇਜ਼ ਹੁੰਦੇ ਆ, ਜੇਕਰ 364 ਡੇਜ਼ ਤੋਂ ਮੰਨ ਲਓ ਵੀ 363 ਡੇਜ਼ ਹੋ ਗਏ ਤਾਂ ਉਹ ਫਿਕਸਡ ਐਸਟ ਨਹੀਂ ਬਣੇਗੀ। ਉਹ ਕੀ ਆ, ਕਰੰਟ ਐਸਟ ਦੇ ਵਿੱਚ ਆ ਜਾਏਗੀ। ਕਰੰਟ ਐਸਟ ਕਿਹੜੀ ਹੁੰਦੀ ਹੈ, ਜਿਹੜੀ ਕਿ 1 ਦਿਨ ਤੋਂ ਵੱਧ ਚਾਹੇ ਅੱਧਾ ਦਿਨ ਚੱਲੇ, ਚਾਹੇ ਉਹ 1 ਸਾਲ ਤੋਂ 1 ਦਿਨ ਘੱਟ ਚੱਲੇ, ਉਹ ਸਾਰੀਆਂ ਕਰੰਟ ਐਸਟ ਦੇ ਵਿੱਚ ਆਉਂਦੀਆਂ ਨੇ ਕਿਉਂਕਿ ਉਹ ਮੋਰ ਦੈਨ 1 ਈਅਰ ਨਹੀਂ ਹੁੰਦੀਆਂ। ਮੋਰ ਦੈਨ 1 ਈਅਰ ਦਾ ਮਤਲਬ ਵੀ ਉਹ ਜਿੰਨਾ ਮਰਜ਼ੀ ਟਾਈਮ ਤੱਕ ਚਲਾ ਸਕਦੇ, ਲਾਈਫ ਟਾਈਮ ਤੱਕ, ਤਾਂ ਉਹ ਸਾਰੀਆਂ ਕੀ ਨੇ, ਫਿਕਸਡ ਐਸਟ ਨੇ। ਤਾਂ ਇਹ ਸਾਨੂੰ ਜ਼ਰੂਰਤ ਪੈਂਦੀ ਆ ਅਕਾਊਂਟਿੰਗ ਇਨਫੋਰਮੇਸ਼ਨ ਦੀ। ਸਾਨੂੰ ਬਿਜ਼ਨਸ ਦੇ ਵਿੱਚ ਪਤਾ ਲੱਗੇ ਵੀ ਮੇਰੇ ਕੋਲ ਅਸਲ ਦੇ ਵਿੱਚ ਫਿਕਸਡ ਐਸਟ ਕਿੰਨੀਆਂ ਨੇ, ਕਿਉਂਕਿ ਇਹ ਸੰਪਤੀਆਂ ਜਿਹੜੀਆਂ ਹੁੰਦੀਆਂ ਨੇ ਜਾਂ ਇਹ ਐਸਟਸ ਜਿਹੜੀਆਂ ਹੁੰਦੀਆਂ ਨੇ, ਅਸੀਂ ਇਹਨੂੰ ਇੱਕ ਰਿਕਾਰਡ ਦੇ ਤੌਰ 'ਤੇ ਰੱਖਦੇ ਹਾਂ ਵੀ ਮੇਰੇ ਕੋਲ ਇੰਨੀ ਐਸਟਸ ਨੇ ਅਤੇ ਇੰਨੀਆਂ ਮੈਂ ਲਾਈਬਿਲਟੀਜ਼ ਨੇ, ਵੀ ਜੋ ਕੱਲ੍ਹ ਨੂੰ ਮੈਨੂੰ ਕੋਈ ਵੀ ਕਿਸੇ ਦੇ ਪੈਸੇ ਦੇਣੇ ਪਏ ਤਾਂ ਮੈਂ ਇਹ ਚੀਜ਼ਾਂ ਨੂੰ ਵੇਚ ਕੇ, ਜੇਕਰ ਮੇਰਾ ਮੰਨ ਲਓ ਵੀ ਮੇਰਾ ਕੀ ਆ ਬਿਜ਼ਨਸ ਠੱਪ ਹੋ ਗਿਆ, ਖ਼ਤਮ ਹੋ ਰਿਹਾ ਅਤੇ ਮੈਂ ਕਈਆਂ ਲੋਕਾਂ ਦੇ ਪੈਸੇ ਦੇਣੇ ਆ, ਤਾਂ ਉਹਦੇ ਵਿੱਚ ਕੀ ਹੁੰਦਾ ਵਾ ਵੀ ਤੁਹਾਡੀ ਫੈਕਟਰੀਜ਼ ਦੀਆਂ, ਜਿਵੇਂ ਤੁਹਾਡੀ ਫੈਕਟਰੀ ਆ ਉਹ ਵੀ ਫਿਕਸਡ ਐਸਟ ਆ, ਉਹਨੂੰ ਸੇਲ ਆਊਟ ਕੀਤਾ ਜਾਊਗਾ ਅਤੇ ਉਹ ਤੋਂ ਜਿਹੜਾ ਪੈਸਾ ਜਨਰੇਟ ਹੋਊਗਾ ਉਹ ਲੋਕਾਂ ਨੂੰ ਦਿੱਤਾ ਜਾਊਗਾ ਜਿੰਨਾ ਤੁਸੀਂ ਪੈਸੇ ਦੇਣੇ ਆ। ਤਾਂ ਕਰਕੇ ਫਿਕਸਡ ਐਸਟ ਅਕਾਊਂਟਿੰਗ ਬਣਾਈ ਜਾਂਦੀ ਹੈ। ਸੈਕਿੰਡ ਹੈਗੀ ਆ ਇਨਵੈਂਟਰੀ ਅਕਾਊਂਟਿੰਗ। ਇਨਵੈਂਟਰੀ ਅਕਾਊਂਟਿੰਗ ਕੀ ਹੁੰਦੀ ਆ, ਸਟਾਕ ਮੇਨਟੇਨੈਂਸ ਹੁੰਦੀ ਆ।
ਸਟਾਕ ਤਾਂ ਸਭ ਨੂੰ ਪਤਾ ਹੋਏਗਾ ਆਲਮੋਸਟ ਵੀ ਸਟਾਕ ਕੀ ਹੁੰਦਾ ਵਾ, ਜੋ ਫਿਰ ਵੀ ਨਹੀਂ ਪਤਾ ਤਾਂ ਅਸੀਂ ਗੱਲ ਕਰਦੇ ਹਾਂ। ਜਿਵੇਂ ਕੋਈ ਗੋਡਾਊਨ ਦੇ ਵਿੱਚ ਅਸੀਂ ਕੋਈ ਚੀਜ਼ ਰੱਖ ਲੈਂਦੇ ਹਾਂ, ਮੰਨ ਲਓ ਵੀ ਮੇਰੀ ਇੱਕ ਸ਼ਾਪ ਆ, ਅਸੀਂ ਗਾਰਮੈਂਟਸ ਦੀ ਸ਼ਾਪ ਲਗਾਉਂਦੇ ਹਾਂ, ਮੇਰੀ ਇੱਕ ਗਾਰਮੈਂਟ ਦੀ ਸ਼ਾਪਸ ਆ, ਤਾਂ ਮੈਂ ਗਾਰਮੈਂਟ ਦੀ ਸ਼ਾਪ ਦੇ ਵਿੱਚ ਕੀ ਆ, ਮੇਰੇ ਕੋਲ ਪੈਂਟਸ ਅਤੇ ਸ਼ਰਟਸ ਦਾ ਜਿਹੜਾ ਆਰਡਰ ਆ ਉਹ ਡਿਸਪੈਚ ਕਰਦਾ ਹੁੰਦਾ ਵਾ। ਤਾਂ ਮੈਂ ਕੀ ਕਰਦਾ ਵਾਂ, ਉਸ ਚੀਜ਼ ਦਾ ਇੱਕ ਰਿਕਾਰਡ ਮੇਨਟੇਨ ਕਰਕੇ ਰੱਖਦਾ ਵਾਂ ਵੀ ਮੇਰੇ ਕੋਲ ਇੰਨੀਆਂ ਜੀਨਸ ਪਈਆਂ ਨੇ, ਵੀ ਕਿਤੇ ਮੇਰੇ ਕੋਲ ਗ੍ਰਾਹਕ 100 ਤੋਂ ਵੱਧ ਆ ਗਿਆ ਤਾਂ ਮੈਂ ਉਹ ਸਟਾਕ ਨੂੰ ਚੱਕ ਕੇ ਉਹਦੇ ਵਿੱਚੋਂ ਇਹ ਚੀਜ਼ਾਂ ਯੂਜ਼ ਕਰ ਲਾਂਗਾ। ਬਟ ਜੇਕਰ ਮੇਰੇ ਕੋਲ ਗ੍ਰਾਹਕ ਘੱਟ ਆਇਆ ਤਾਂ ਮੈਂ ਉਹਨੂੰ ਕੀ ਆ, ਮੇਰੀਆਂ ਇਸ ਸਾਲ ਸੇਲ ਨਹੀਂ ਹੋਈਆਂ ਤਾਂ ਮੈਂ ਉਹਨੂੰ ਸਟੋਰ ਕਰਕੇ ਰੱਖ ਲੂੰਗਾ, ਨੈਕਸਟ ਈਅਰ ਫਿਰ ਉਹਨਾਂ ਨੂੰ ਵੇਚਣ ਦੀ ਕੋਸ਼ਿਸ਼ ਕਰੂੰਗਾ, ਜਾਂ ਉਹ ਚੀਜ਼ ਨੂੰ ਪਹਿਲਾਂ ਕੱਢਣ ਦੀ ਕੋਸ਼ਿਸ਼ ਕਰੂੰਗਾ ਤਾਂ ਜੋ ਉਹ ਕੀ ਆ, ਮੇਰੀ ਉਹ ਵੀ ਸੇਲ ਹੋ ਸਕੇ। ਕਿਉਂਕਿ ਜੋ ਮੇਰੇ ਕੋਲ ਸਟਾਕ ਹੀ ਪਿਆ ਰਹਿ ਗਿਆ ਤਾਂ ਮੈਂ ਆਪਣੀ ਜਿਹੜੀ ਇਨਕਮ ਆ ਜਾਂ ਫਿਰ ਜਿਹੜੀ ਮੈਂ ਉਹਦੇ 'ਤੇ ਖਰਚਾ ਕੀਤਾ ਤਾਂ ਉਹ ਮੈਂ ਕਦੀ ਰਿਕਵਰ ਹੀ ਨਹੀਂ ਹੋ ਸਕਦਾ। ਤਾਂ ਇਸ ਕਰਕੇ ਜਿਹੜਾ ਵਾ ਸਟਾਕ ਮੇਨਟੇਨ ਕੀਤਾ ਜਾਂਦਾ ਫਰਮਸ ਦੇ ਵਿੱਚ। ਫਰਮ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਫਰਮ ਕੀ ਹੁੰਦੀ ਆ, ਵੀ ਜਿਹੜਾ ਇੱਕ ਇੰਡਸਟਰੀ ਜਿਹਦੇ ਵਿੱਚ ਅਸੀਂ ਵਰਕ ਕਰਦੇ ਹਾਂ, ਪ੍ਰੋਡਕਸ਼ਨ ਕੀਤੀ ਜਾਂਦੀ ਆ, ਤਾਂ ਉਹਨਾਂ ਦੇ ਵਿੱਚ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਨੈਕਸਟ ਹੈਗਾ ਵਾ ਅਕਾਊਂਟ ਰਿਸੀਵੇਬਲ। ਹੁਣ ਅਕਾਊਂਟ ਰਿਸੀਵੇਬਲ ਦਾ ਮਤਲਬ ਹੁੰਦਾ ਵੀ ਅਸੀਂ ਕਿਤੋਂ ਪੈਸੇ ਲੈਣੇ ਨੇ। ਹੁਣ ਮੰਨ ਲਓ ਵੀ ਜਿਹੜਾ ਹੁਣ ਇੱਕ ਵੱਡਾ ਬਿਜ਼ਨਸ ਹੁੰਦਾ ਉਹਦੇ ਵਿੱਚ ਕਦੇ ਵੀ ਕੈਸ਼ ਦੇ ਵਿੱਚ ਜ਼ਿਆਦਾਤਰ ਟ੍ਰਾਂਜੈਕਸ਼ਨਾਂ ਨਹੀਂ ਹੁੰਦੀਆਂ, ਉਹਦੇ ਵਿੱਚ ਕਿੱਦਾਂ ਹੁੰਦੀਆਂ ਨੇ, ਉਧਾਰ ਦੇ ਸਿਰ 'ਤੇ ਥੋੜ੍ਹੀ ਜਿਹੀ ਪੇਮੈਂਟ ਦੇ ਜਾਂਦੇ ਆ, ਬਾਕੀ ਉਹ ਕਹਿੰਦਾ ਵੀ ਜਦੋਂ ਸੈਟਲਮੈਂਟ ਹੋਏਗੀ ਜਾਂ ਸਾਡੇ ਕੋਲ ਪੈਸੇ ਆਉਣਗੇ ਉਦੋਂ ਦੇ ਦਾਂਗੇ। ਤਾਂ ਵੱਡੇ ਬਿਜ਼ਨਸਮੈਨ ਜ਼ਿਆਦਾਤਰ ਕਿਹਦੇ ਵਿੱਚ ਚੱਲਦਾ ਵਾ, ਉਹ ਕਦੇ ਵੀ ਲਿਕੁਇਡ ਜਾਂ ਕੈਸ਼ ਫਾਰਮ ਦੇ ਵਿੱਚ ਨਹੀਂ ਚੱਲਦਾ, ਉਹਨਾਂ ਦੇ ਜ਼ਿਆਦਾਤਰ ਕੀ ਹੁੰਦਾ ਵਾ, ਲੰਬੇ ਸਮੇਂ ਤੋਂ ਉਧਾਰ ਚੱਲਦੇ ਰਹਿੰਦੇ ਆ। ਤਾਂ ਉਸ ਚੀਜ਼ ਦੇ ਵਿੱਚ ਉਸ ਚੀਜ਼ ਦੇ ਮਿਸਮੈਚ ਤੋਂ ਬਚਣ ਲਈ ਅਤੇ ਫਰੋਡ ਤੋਂ ਬਚਣ ਦੇ ਲਈ ਕੀ ਬਣਾਇਆ ਜਾਂਦਾ, ਅਕਾਊਂਟ ਰਿਸੀਵੇਬਲ ਬਣਾਇਆ ਜਾਂਦਾ। ਇਹ ਤੋਂ ਸਾਨੂੰ ਪਤਾ ਲੱਗਦਾ ਵੀ ਜਿੰਨੇ ਅਸੀਂ ਲੋਕਾਂ ਤੋਂ ਪੈਸੇ ਲੈਣੇ ਸੀ ਕਿ ਉਹ ਸਾਡੇ ਕੋਲ ਵਾਪਸ ਆਏ ਕਿ ਨਹੀਂ ਆਏ, ਤਾਂ ਇਸ ਚੀਜ਼ ਦੇ ਲਈ ਇਹ ਬਣਾਈ ਜਾਂਦੀ ਆ। ਨੈਕਸਟ ਹੈਗਾ ਆਰਡਰ ਐਂਟਰੀ। ਆਰਡਰ ਐਂਟਰੀ ਦਾ ਮਤਲਬ ਕੀ, ਵੀ ਮੈਂ ਕੀ ਆ, ਮੇਰੀ ਵੱਡੀ ਸਾਰੀ ਇੱਕ ਕੰਪਨੀ ਆ, ਤਾਂ ਕੰਪਨੀ ਜੋ ਵੱਡੀ ਹੋਏਗੀ ਤਾਂ ਤੁਹਾਨੂੰ ਪਤਾ ਹੀ ਆ ਨੰਬਰ ਆਫ ਆਰਡਰਸ ਆਉਂਦੇ ਆ। ਇਹ ਨਹੀਂ ਹੈਗਾ ਵੀ ਉਹ ਸਿਰਫ ਲੋਕਲ ਏਰੀਆ ਨਾਲ ਡੀਲ ਕਰਦੀ ਆ, ਉਹ ਕੀ ਆ ਵੱਡੀਆਂ ਵੱਡੀਆਂ ਕੰਪਨੀਜ਼ ਜਾਂ ਹੋਰ ਵੀ ਚੀਜ਼ਾਂ ਨਾਲ ਡੀਲ ਕਰਦੀ ਆ। ਜਿਵੇਂ ਫੋਰ ਐਗਜ਼ਾਮਪਲ ਜਿਹੜਾ ਮੇਰਾ ਨੀਅਰ ਬਾਏ ਏਰੀਆ ਵਾ ਮਲੇਰਕੋਟਲੇ ਦੇ ਨੀਅਰ ਪੈਂਦਾ ਵਾ, ਤਾਂ ਮਲੇਰਕੋਟਲੇ ਦੇ ਵਿੱਚ ਇੱਕ ਕੰਪਨੀ ਆ, ਨਾਮ ਹੈਗਾ ਸੇਗਾ ਬੂਟ। ਵੀ ਸੇਗਾ ਜਿਹੜੀ ਆ ਉਹ ਸ਼ੂਜ਼ ਬਣਾਉਂਦੀ ਆ, ਅਤੇ ਜੇਕਰ ਤੁਸੀਂ ਉਸ ਸ਼ੂਜ਼ ਬਾਰੇ ਸੁਣੋ ਤਾਂ ਉਹ ਕੀ ਆ, ਲੋਕਲ ਵੀ ਬ੍ਰਾਂਡ ਨੂੰ ਕਵਰ ਕਰਦੀ ਆ ਅਤੇ ਇੰਟਰਨੈਸ਼ਨਲ ਬ੍ਰਾਂਡ ਵੀ ਆ। ਅਤੇ ਅੱਜ ਕੱਲ੍ਹ ਉਹ ਕੀ ਆ, ਜਿਵੇਂ ਇੰਟਰਨੈਸ਼ਨਲ ਬ੍ਰਾਂਡਸ ਨੇ ਐਡੀਡਾਸ, ਰੀਬੌਕਸ ਐਕਸੈਕਟਰਾ, ਉਹਦੇ ਰਿਗਾਰਡਿੰਗ ਵੀ ਇਹਦੇ ਸ਼ੋਰੂਮਸ ਓਪਨ ਹੋ ਰਹੇ ਨੇ। ਤਾਂ ਇਹ ਚੀਜ਼ਾਂ ਕੀ ਨੇ, ਇਹ ਸਾਨੂੰ ਦੱਸਦੀਆਂ ਨੇ ਵੀ ਉਹਦੀਆਂ ਆਰਡਰ ਆਉਂਦੇ ਆ, ਯਾਨੀ ਕਿ ਉਹਨੂੰ ਕਈ ਬਾਹਰੋਂ ਵੀ ਆਰਡਰ ਆ ਰਹੇ ਨੇ। ਤਾਂ ਉਹ ਸਾਰੀਆਂ ਦੀ ਐਂਟਰੀ ਰੱਖਣੀ ਪੈਂਦੀ ਹੈ, ਕਿਉਂਕਿ ਵੱਡੇ ਵੱਡੇ ਫਰਮਸ ਜਾਂ ਵੱਡੇ ਵੱਡੇ ਆਰਗੇਨਾਈਜੇਸ਼ਨ ਦੇ ਵਿੱਚ ਜਿੱਥੇ ਹੁਣ ਅਸੀਂ ਵਰਕ ਕਰਨ ਜਾਵਾਂਗੇ ਤਾਂ ਉੱਥੇ ਆਰਡਰ ਨੰਬਰ ਪਾਏ ਜਾਂਦੇ ਵੀ ਜਿਹੜਾ ਪਹਿਲਾਂ ਆਰਡਰ ਕਰੇਗਾ ਮੈਂ ਉਹਨਾਂ ਨੂੰ ਪਹਿਲਾਂ ਇਹ ਆਰਡਰ ਭੇਜਣਾ ਵਾ, ਇਹਦਾ ਆਰਡਰ ਆਇਆ ਤਾਂ ਮੈਂ ਉਹਨੂੰ ਇੰਨੀਆਂ ਗੁੱਡਸ ਭੇਜਣੀਆਂ ਨੇ। ਤਾਂ ਇਸ ਚੀਜ਼ ਕਰਕੇ ਮੇਨਟੇਨ ਕੀਤੀ ਜਾਂਦੀ ਹੈ। ਨੈਕਸਟ ਹੈਗੀ ਕਾਸਟ ਅਕਾਊਂਟਿੰਗ। ਕਾਸਟ ਅਕਾਊਂਟਿੰਗ ਜਿਹੜੀ ਆ ਉਹ ਮੋਸਟ ਇੰਪੋਰਟੈਂਟ ਥਿੰਕ ਆ ਸਾਡੇ ਅਕਾਊਂਟੈਂਟਸ ਦੇ ਲਈ। ਕਿਉਂਕਿ ਜਿਹੜੇ ਜ਼ਿਆਦਾਤਰ ਲੋਕ ਹੁੰਦੇ ਆ, ਜਿਹੜੇ ਨੋਰਮਲ ਲੋਕ ਹੁੰਦੇ ਆ, ਉਹ ਸਿਰਫ ਰੈਵਨਿਊ ਕਰਨੀ ਜਾਂ ਪ੍ਰੋਫਿਟ ਕਰਨੀ ਭੱਜਦੇ ਨੇ। ਜੇ ਅਸੀਂ ਸ਼ੌਪਕੀਪਰ ਨੂੰ ਵੀ ਦੇਖੀਏ ਤਾਂ ਉਹ ਇਸ ਚੀਜ਼ ਨੂੰ ਓਬਜ਼ਰਵ ਕਰਦਾ ਵੀ ਮੇਰਾ ਕੀ ਆ, ਪ੍ਰੋਫਿਟ ਹੋਣਾ ਚਾਹੀਦਾ, ਵੀ ਜਿੰਨੇ ਦੀ ਮੈਂ ਚੀਜ਼ ਖਰੀਦੀ ਆ ਤਾਂ ਮੈਨੂੰ ਉਹ ਥੋੜ੍ਹਾ ਤੋਂ ਵੱਧ ਹੀ ਮਿਲਣਾ ਚਾਹੀਦਾ, ਭਾਵੇਂ ਮੈਨੂੰ ਜਿੰਨੇ ਮਰਜ਼ੀ ਹੋਰ ਵੀ ਖਰਚੇ ਪੈ ਜਾਣ। ਠੀਕ ਹੈ ਜੀ। ਜਿਵੇਂ ਕਿ ਮੰਨ ਲਓ ਵੀ ਮੈਂ ਇੱਕ ਚੀਜ਼ ਖਰੀਦੀ 200 ਰੁਪਏ ਦੀ, ਅਤੇ ਮੈਂ ਉਹਨੂੰ ਕੀ ਕੀਤਾ ਵੀ 210 ਰੁਪਏ ਦੇ ਵਿੱਚ ਸੇਲ ਆਊਟ ਕਰ ਦਿੱਤੀ। ਮੈਂ ਸੋਚਿਆ ਮੈਂ ਰੈਵਨਿਊ ਆ, ਮੇਰੇ ਕੋਲ ਪ੍ਰੋਫਿਟ ਹੋ ਗਿਆ 10 ਰੁਪਏ ਦਾ, ਬਟ ਉਹ ਮੈਨੂੰ 10 ਰੁਪਏ ਦਾ ਐਕਚੁਅਲ ਵਿੱਚ ਪ੍ਰੋਫਿਟ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਦੇਖੋ, ਜੇਕਰ ਮੈਂ ਕੋਈ ਚੀਜ਼ ਖਰੀਦੀ ਤਾਂ ਉਹਨੂੰ ਲੈ ਕੇ ਆਉਣ ਦਾ ਵੀ ਇੱਕ ਖਰਚਾ ਪੈਂਦਾ ਵਾ, ਤਾਂ ਉਹ ਖਰਚਾ ਮੈਂ ਇਨਕਲੂਡ ਹੀ ਨਹੀਂ ਕੀਤਾ। ਦੂਜਾ ਕੀ ਆ, ਮੈਨੂੰ ਉਹ ਚੀਜ਼ ਨੂੰ ਥੋੜ੍ਹਾ ਟਾਈਮ ਲਈ ਸਟੋਰ ਕਰਨਾ ਪਿਆ, ਜਾਣੀ ਕਿ ਇੱਕ ਵੇਅਰ ਹਾਊਸ ਜਾਂ ਇੱਕ ਸ਼ਾਪ ਲੈਣੀ ਪਈ ਜਿਹਦੇ ਵਿੱਚ ਉਹਦਾ ਰੈਂਟ ਪਏਗਾ। ਤਾਂ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਉਹਦੀ ਕਾਸਟ ਨੂੰ ਇਨਕਰੀਜ਼ ਕਰ ਦਿੰਦੀ ਆ, ਬਟ ਸਾਨੂੰ ਐਂ ਲੱਗਦਾ ਵੀ ਅਸੀਂ 200 ਦਾ ਖਰੀਦਿਆ ਵੀ 210 ਦਾ ਵੇਚਦਾ, 10 ਰੁਪਏ ਦਾ ਪ੍ਰੋਫਿਟ ਹੋ ਗਿਆ। ਉਹ ਇੰਪੋਸੀਬਲ ਹੁੰਦਾ ਵੀ, ਜਾਣੀ ਕਿ ਉਹ ਸੀਗਾ ਸਾਨੂੰ ਮਿਨੀਮਮ ਪ੍ਰੋਫਿਟ ਹੁੰਦਾ ਵਾ, ਅਸੀਂ ਸੋਚਦੇ ਹਾਂ ਸਾਨੂੰ ਜ਼ਿਆਦਾ ਪ੍ਰੋਫਿਟ ਹੋਇਆ। ਤਾਂ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਕਾਸਟ ਅਕਾਊਂਟਿੰਗ ਬਣਾਈ ਜਾਂਦੀ ਹੈ ਵੀ ਘੱਟ ਤੋਂ ਘੱਟ ਅਸੀਂ ਕਿੰਨਾ ਖਰਚਾ ਘਟਾ ਸਕਦੇ ਹਾਂ, ਤਾਂ ਜੋ ਜਿੰਨਾ ਅਸੀਂ ਖਰਚਾ ਘਟਾਈ ਜਾਵਾਂਗੇ ਇੱਕ ਚੀਜ਼ ਦਾ ਪ੍ਰਾਈਸ ਤਾਂ ਸੇਮ ਹੀ ਰਹੇਗਾ। ਮੰਨ ਲਓ ਵੀ ਜੇ ਤੁਸੀਂ ਅੱਜ ਇੱਕ ਪੈਨ ਲੈਣ ਗਏ, ਰਾਈਟੋਮੀਟਰ ਦਾ ਪੈਨ ਲਗਾ ਲਓ, ਵੀ ਰਾਈਟੋਮੀਟਰ ਦਾ ਪੈਨ ਲੈਣ ਗਏ ਤਾਂ ਉਹ 20 ਰੁਪਏ ਦਾ ਮਿਲਿਆ। ਜੇਕਰ ਉਹ ਸਿਰਫ 100 ਚੀਜ਼ਾਂ ਹੀ ਬਣਾ ਰਹੀ ਹੈ, ਜਾਣੀ ਕਿ 100 ਰਾਈਟੋਮੀਟਰ ਦੇ ਪੈਨ ਬਣਾ ਰਹੀ ਆ, ਤਾਂ ਉਹਦੀ ਕਾਸਟ ਉਹਨੂੰ 16 ਰੁਪਏ ਦੀ ਪੈ ਰਹੀ ਆ, ਅਤੇ ਜਿਹੜਾ ਸ਼ੌਪਕੀਪਰ ਆ ਉਹਨੂੰ ਜਿਹੜੀ ਮਿਲ ਰਿਹਾ ਉਹ 18 ਰੁਪਏ ਦਾ ਮਿਲ ਰਿਹਾ, ਅਤੇ ਉਹਨੇ 20 ਰੁਪਏ ਦਾ ਸੇਲ ਕਰਤਾ, ਜਾਣੀ ਕਿ 2 ਰੁਪਏ ਪ੍ਰੋਫਿਟ ਮਾਰਜਨ ਲੈ ਰਿਹਾ ਵਾ। ਬਟ ਜਿਹੜੀ ਕੰਪਨੀ ਉਸ ਨੂੰ ਬਣਾ ਰਹੀ ਆ, ਜੇਕਰ ਉਹ ਸੋਚੇ, ਉਹ ਵਰਕ ਕਰੇ ਵੀ ਮੈਂ ਜਿਹੜਾ 16 ਰੁਪਏ ਦੀ ਕਾਸਟ ਆ ਉਹਨੂੰ ਘਟਾ ਦਾਂ, ਤਾਂ ਮੇਰਾ ਪ੍ਰੋਫਿਟ ਹੋਰ ਵੀ ਵੱਧ ਸਕਦਾ, ਕਿਉਂਕਿ ਮੈਂ ਜਿਹੜਾ ਸ਼ੌਪਕੀਪਰ ਨੂੰ ਸੇਲ ਕਰੂੰਗਾ ਓਲਡ ਪ੍ਰਾਈਸ ਦੇ ਉੱਤੇ ਹੀ ਸੇਲ ਕਰੂੰਗਾ 16 ਰੁਪਏ ਦੀ। ਜੇਕਰ ਮੈਂ ਕਿਸੇ ਤਰੀਕੇ ਨਾਲ ਉਹਦੀ ਕਾਸਟ ਘਟਾ ਲਈ ਤਾਂ ਮੇਰਾ ਪ੍ਰੋਫਿਟ ਆਟੋਮੈਟਿਕਲੀ ਇਨਕਰੀਜ਼ ਹੋ ਗਿਆ। ਤਾਂ ਇਸ ਕਰਕੇ ਜਿਹੜੀ ਆ ਕਾਸਟ ਅਕਾਊਂਟਿੰਗ ਉਹ ਬਹੁਤ ਇੰਪੋਰਟੈਂਟ ਮੰਨੀ ਜਾਂਦੀ ਆ ਅਕਾਊਂਟਿੰਗ ਫੀਲਡ ਦੇ ਵਿੱਚ। ਨੈਕਸਟ ਹੈਗਾ ਪੇਰੋਲ। ਵੀ ਹੁਣ ਜਿਹੜੇ ਮੇਰੇ ਕੋਲ ਵਰਕਰ ਕੰਮ ਕਰਦੇ ਆ ਤਾਂ ਮੈਨੂੰ ਉਹਨਾਂ ਦੀ ਸੈਲਰੀ ਦੇਣੀ ਪੈਂਦੀ ਆ। ਹੁਣ ਜਿਹੜੀ ਗੌਰਮੈਂਟਸ ਆਪਣੀਆਂ ਰੂਲ ਰੈਗੂਲੇਸ਼ਨ ਮੇਨਟੇਨ ਕਰਦੀ ਹੈ ਵੀ ਇੱਕ ਪਰਸਨਸ ਨੂੰ ਇੰਨੇ ਰੁਪਏ ਉਹਨਾਂ ਨੂੰ ਮਿਲਣੇ ਚਾਹੀਦੇ ਜੇਕਰ ਉਹ ਇਸ ਤਰ੍ਹਾਂ ਦਾ ਵਰਕ ਕਰਦੀ ਆ, ਤਾਂ ਉਹਦਾ ਇੱਕ ਪੇਰੋਲ ਬਣਦਾ ਵਾ। ਉਹ ਪੇਰੋਲ ਕੌਣ ਬਣਾਉਂਦਾ? ਅਕਾਊਂਟੈਂਟ ਬਣਾਉਂਦੇ ਨੇ।
ਇਹ ਤੋਂ ਸਾਨੂੰ ਪਤਾ ਲੱਗਦਾ ਵੀ ਇੱਕ ਪਰਸਨ ਨੂੰ ਕਿਹਨੂੰ ਕਿੰਨੇ ਪੈਸੇ ਮਿਲ ਰਹੇ ਆ, ਕਿੰਨੇ ਟਾਈਮ ਦੇ ਉੱਤੇ ਮਿਲਦੇ ਆ, ਅਤੇ ਉਹਦੀ ਕਿੰਨੀ ਡਿਡਕਸ਼ਨ ਹੁੰਦੀ ਆ, ਕਿੰਨਾ ਉਹ ਟੈਕਸ ਪੇ ਕਰਦਾ, ਜਾਂ ਉਹ ਕਿੰਨਾ ਉਹਦਾ EPF ਦੇ ਵਿੱਚ ਜਾਂਦਾ ਵਾ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਡਿਟੇਲ ਨਾਲ ਗੱਲ ਕੀਤੀ ਜਾਂਦੀ ਆ। 7th ਵਨ ਅਤੇ ਲਾਸਟ ਵਨ ਹੈਗਾ ਅਕਾਊਂਟ ਪੇਬਲ। ਅਕਾਊਂਟ ਪੇਬਲ ਦਾ ਮਤਲਬ ਕੀ ਹੁੰਦਾ ਵੀ ਅਸੀਂ ਕਿੰਨਾਂ ਦੇ ਪੈਸੇ ਦੇਣੇ ਆ। ਹੁਣ ਮੈਂ ਤੁਹਾਨੂੰ ਗੱਲ ਕੀਤੀ ਸੀ, ਆਪਾਂ ਹੁਣੀ ਗੱਲ ਕੀਤੀ ਵੀ ਅਕਾਊਂਟ ਰਿਸੀਵੇਬਲ 3rd ਪੁਆਇੰਟ ਕੀਤਾ ਸੀ। ਤਾਂ ਹੁਣ ਜਿਹੜਾ 7th ਪੁਆਇੰਟ ਆ ਉਹ ਮਿਲਦਾ ਜੁਲਦਾ ਹੀ ਪੁਆਇੰਟ ਆ। ਹੁਣ ਜੋ ਮੈਂ ਕਿਸੇ ਤੋਂ ਪੈਸੇ ਲੈਣੇ ਆ ਤਾਂ ਇਸਦਾ ਮਤਲਬ ਕੀ ਆ, ਮੈਂ ਵੀ ਕਿਸੇ ਨਾ ਕਿਸੇ ਦੇ ਪੈਸੇ ਦੇਣੇ ਹੋਣਗੇ। ਤਾਂ ਅਕਾਊਂਟ ਪੇਬਲ ਕੀ ਹੁੰਦਾ ਵਾ ਵੀ ਮੈਂ ਤੁਹਾਨੂੰ ਦੱਸਿਆ ਸੀ, ਜਿੰਨਾ ਵੱਡਾ ਬਿਜ਼ਨਸ ਹੋਏਗਾ ਉਹ ਜ਼ਿਆਦਾਤਰ ਵਰਕ ਕੀ ਹੁੰਦਾ, ਕੈਸ਼ ਦੇ ਉੱਤੇ ਨਹੀਂ ਚੱਲਦਾ ਹੁੰਦਾ, ਉਹਨਾਂ ਦਾ ਉਧਾਰ ਦੇ ਉੱਤੇ ਚੱਲਦਾ ਹੁੰਦਾ। ਵੀ ਜੇਕਰ ਉਹ ਤੋਂ ਉਧਾਰ ਲੈ ਕੇ ਉਹ ਚੀਜ਼ ਬਣਾਉਂਦਾ ਫਿਰ ਅਗਲੇ ਨੂੰ ਦਿੰਦਾ, ਅਤੇ ਉਹ ਵੀ ਜਿਹੜਾ ਹੁੰਦਾ ਜੇਕਰ ਉਹ ਤੋਂ ਕੈਸ਼ ਆਏਗਾ ਤਾਂ ਹੀ ਉਹ ਸੈਕਿੰਡ ਪਾਰਟੀ ਫਸਟ ਪਾਰਟੀ ਨੂੰ ਉਹਨੂੰ ਪੈਸੇ ਦੇਵੇਗੀ। ਤਾਂ ਅਕਾਊਂਟ ਪੇਬਲ ਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਵੀ ਮੈਂ ਕਿੰਨੇ ਲੋਕਾਂ ਦੇ ਪੈਸੇ ਦੇਣੇ ਆ ਅਤੇ ਕਿੰਨਿਆਂ ਦੇ ਦੇਤੇ। ਤਾਂ ਇਸ ਚੀਜ਼ ਦਾ ਰਿਕਾਰਡ ਮੇਨਟੇਨ ਕਰਨ ਦੇ ਲਈ ਇਹ ਬਣਾਏ ਜਾਂਦੇ ਆ। ਆਈ ਹੋਪ ਤੁਹਾਨੂੰ ਇਹਦੀਆਂ ਟਾਈਪਸ ਕਲੀਅਰ ਹੋ ਗਈਆਂ ਹੋਣਗੀਆਂ। ਨੈਕਸਟ ਅਸੀਂ ਨੈਕਸਟ ਵੱਲ ਜਾਂਦੇ ਹਾਂ, ਯੂਜ਼ਸ ਆਫ ਟੂ ਦੀ ਅਕਾਊਂਟਿੰਗ ਇਨਫੋਰਮੇਸ਼ਨ। ਹੁਣ ਅਕਾਊਂਟਿੰਗ ਇਨਫੋਰਮੇਸ਼ਨ ਬਣਾਈ ਜਾਂਦੀ ਆ, ਉਹ ਕੌਣ ਯੂਜ਼ ਕਰਦਾ ਜਾਂ ਉਹਦੇ ਕੀ ਯੂਜ਼ਸ ਨੇ। ਹੁਣ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਆ ਉਹ 2 ਪਰਸਨ ਜ਼ਿਆਦਾਤਰ ਯੂਜ਼ ਕਰਦੇ ਆ। ਕਿਹੜੇ ਨੇ? ਇੱਕ ਹੈਗਾ ਇੰਟਰਨਲ ਯੂਜ਼ਰ, ਸੈਕਿੰਡ ਹੈਗਾ ਐਕਸਟਰਨਲ ਯੂਜ਼ਰ। ਹੁਣ ਇੰਟਰਨਲ ਯੂਜ਼ਰ ਕਿਹੜਾ ਹੋਇਆ? ਇੰਟਰਨਲ ਯੂਜ਼ਰ ਉਹ ਬੰਦਾ ਜਿਹੜਾ ਕਿ ਬਿਜ਼ਨਸ ਦੇ ਅੰਦਰ ਰਹਿ ਕੇ ਬਿਜ਼ਨਸ ਨੂੰ ਚਲਾ ਰਿਹਾ, ਅਤੇ ਉਹ ਬਿਜ਼ਨਸ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਉਹਨੂੰ ਅਰਾਈਜ਼ ਹੋ ਰਹੀਆਂ ਨੇ ਅਤੇ ਉਹਦੇ ਉੱਤੇ ਐਨਾਲਾਈਜ਼ ਕਰ ਰਿਹਾ ਵਾ। ਅਤੇ ਜਿਹੜਾ ਐਕਸਟਰਨਲ ਯੂਜ਼ਰ ਕਿਹੜਾ ਹੋ ਗਿਆ? ਬਾਹਰਲਾ ਯੂਜ਼ਰ, ਵੀ ਜਿਹੜਾ ਕੀ ਆ ਸਾਡੀ ਕੰਪਨੀ ਤੋਂ ਬਾਹਰ ਆ ਅਤੇ ਉਹ ਸਾਡੀ ਕੰਪਨੀ ਨੂੰ ਓਬਜ਼ਰਵ ਕਰ ਰਿਹਾ, ਅਤੇ ਸਾਡੀ ਕੰਪਨੀ ਦੇ ਵਿੱਚ ਜਿਵੇਂ ਉਹਨਾਂ ਨੇ ਪੈਸਾ ਲਾਉਣਾ ਹੋਵੇ ਅਤੇ ਕਿੰਨਾ ਨਹੀਂ ਲਾਉਣਾ, ਉਹ ਸਾਰੀਆਂ ਚੀਜ਼ਾਂ ਇਹ ਬੰਦੇ ਦੇਖਦੇ ਨੇ। ਇੰਟਰਨਲ ਦੇ ਵਿੱਚ ਫਸਟ ਹੈਗਾ ਬਿਜ਼ਨਸ ਓਨਰ, ਜਿਹੜਾ ਮਾਲਕ ਆ, ਜਿਹੜਾ ਬੰਦਾ ਹੁਣ ਮਾਲਕ ਆ ਉਹ ਇੰਟਰਨਲ ਯੂਜ਼ਰ ਆ। ਉਹਨੂੰ ਅਕਾਊਂਟਿੰਗ ਇਨਫੋਰਮੇਸ਼ਨ ਤਾਂ ਚਾਹੀਦੀ ਆ ਤਾਂ ਜੋ ਉਹਨੂੰ ਇਹ ਪਤਾ ਲੱਗ ਸਕੇ ਵੀ ਮੇਰੇ ਕੋਲ ਕਿੰਨਾ ਪੈਸਾ ਵਾ, ਜਾਂ ਮੈਂ ਕਿੰਨੇ ਪੈਸੇ ਦੇਣੇ ਆ ਅਤੇ ਮੇਰੇ ਕੋਲ ਆਪਦਾ ਕਿੰਨਾ ਪੈਸਾ ਵਾ। ਇਹ ਚੀਜ਼ਾਂ ਨੂੰ ਜੱਜ ਕਰਨ ਦੇ ਲਈ ਉਹਨੂੰ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ। ਸੈਕਿੰਡ ਵਨ ਹੈਗਾ ਵਾ ਇਨਵੈਸਟਰ ਕਿਹੜਾ ਹੁੰਦਾ? ਵੀ ਜਿਹੜਾ ਬੰਦਾ ਬਿਜ਼ਨਸ ਦੇ ਵਿੱਚ ਪੈਸਾ ਲਾਉਂਦਾ ਹੁੰਦਾ। ਹੁਣ ਜੇਕਰ ਤੁਸੀਂ ਗੱਲ ਕਰੋ ਵੀ ਇੱਕ ਵੱਡੀ ਕੰਪਨੀ ਜਿਵੇਂ ਰਿਲਾਇੰਸ ਇੰਡਸਟਰੀ ਆ, ਤੁਸੀਂ ਕੀ ਸੋਚਦੇ ਹੋ ਵੀ ਰਿਲਾਇੰਸ ਇੰਡਸਟਰੀ ਦਾ ਜਿਹੜਾ CEO ਆ ਮੁਕੇਸ਼ ਅੰਬਾਨੀ, ਵੀ ਉਹ ਸਾਰਾ ਜਿਹੜਾ ਪੈਸਾ ਉਹ ਬਣਾ ਰਿਹਾ, ਉਹ ਸਿਰਫ ਉਹੀ ਪੈਸਾ ਇਕੱਲਾ ਰਹਿ ਰਿਹਾ ਵੀ ਉਹੀ ਇਕੱਲਾ ਓਨਰ ਆ? ਨਹੀਂ। ਓਨਰ ਦੇ ਵਿੱਚ ਜਿਵੇਂ ਹੁਣ ਅਸੀਂ ਬਿਜ਼ਨਸ ਸਟੱਡੀ ਇੱਕ ਟੌਪਿਕ ਸਟਾਰਟ ਹੋਏਗਾ ਕੱਲ੍ਹ ਤੋਂ ਤੁਹਾਡਾ, ਤਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਜਿਹੜਾ ਅੱਜ ਤੋਂ ਸਟਾਰਟ ਹੋ ਰਿਹਾ ਬਿਜ਼ਨਸ ਸਟੱਡੀ, ਜਿਹੜਾ ਅੱਜ ਤੋਂ ਸਟਾਰਟ ਹੋਏਗਾ, ਤਾਂ ਬਿਜ਼ਨਸ ਸਟੱਡੀ ਦੇ ਵਿੱਚ ਤੁਹਾਨੂੰ ਪੜ੍ਹਨ ਨੂੰ ਮਿਲੇਗਾ ਵੀ ਜਿਹੜਾ ਓਨਰ ਉਹ ਮੰਨਿਆ ਜਾਂਦਾ ਵਾ ਜਿਹਦੇ ਕੋਲ ਇੱਕ ਕੰਪਨੀ ਦਾ 51% ਸ਼ੇਅਰ ਆ। 51 ਸ਼ੇਅਰ ਦਾ ਮਤਲਬ ਕੀ? ਵੀ ਜਿਹੜਾ ਉਹਦਾ ਪੈਸੇ ਨੇ ਉਹ ਬੰਦੇ ਦੁਆਰਾ ਲਗਾਏ ਗਏ ਨੇ, ਅਤੇ ਜਿਹੜੇ 49% ਨੇ ਉਹ ਚਾਹੇ ਜਿੱਥੋਂ ਮਰਜ਼ੀ ਬਾਹਰੋਂ ਪੈਸਾ ਲਗਵਾ ਲਵੇ, ਤਾਂ ਉਹ ਬੰਦੇ ਕੀ ਨੇ? ਇਨਵੈਸਟਰਸ ਹੁੰਦੇ ਆ। ਜਾਣੀ ਕਿ ਸਾਡੇ ਵਰਗੇ ਪਰਸਨ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾਉਂਦੇ ਆ, ਤਾਂ ਉਹ ਤੋਂ ਜਿਹੜਾ ਪੈਸਾ ਰਾਈਜ਼ ਹੁੰਦਾ ਤਾਂ ਉਹ ਯੂਜ਼ ਕਰਦੇ ਆ ਉਹ ਇੰਟਰਨਲ ਯੂਜ਼ ਦੇ ਲਈ। ਨੈਕਸਟ ਹੈਗਾ ਮੈਨੇਜਰਸ। ਹੁਣ ਜਿਹੜੇ ਥੱਲੇ ਵਰਕਰ ਰੱਖੇ ਹੋਏ ਆ ਮੈਨੇਜਰ ਨੇ, ਉਹਨਾਂ ਨੇ ਮੈਨੇਜ ਕਰਨਾ ਹੁੰਦਾ ਵੀ ਸਾਨੂੰ ਕਿੰਨਾ ਖਰਚਾ ਆਇਆ, ਕਿੰਨੀ ਆਮਦਨ ਹੋਈ, ਉਹਦੀ ਸਾਰੀ ਰਿਪੋਰਟ ਉਹਨੇ ਓਨਰ ਤੱਕ ਪਹੁੰਚਾਉਣੀ ਹੁੰਦੀ ਆ, ਤਾਂ ਉਹਦੇ ਲਈ ਇਹ ਸਭ ਤੋਂ ਯੂਜ਼ਫੁਲ ਆ। ਲਾਸਟ ਹੈਗਾ ਇੰਪਲਾਈਜ਼। ਹੁਣ ਜਿਹੜੇ ਬੰਦਾ ਵਰਕ ਕਰ ਰਿਹਾ ਵਾ ਉਹਨੂੰ ਵੀ ਇਸ ਚੀਜ਼ ਦੇ ਨਾਲ ਹੀ ਉਹ ਵਰਕ ਕਰੇਗਾ ਵੀ ਉਹਨੂੰ ਵੀ ਜਿਹੜੀ ਰਿਟਰਨਸ ਨੇ, ਜਾਣੀ ਕਿ ਉਹਦੀ ਸੈਲਰੀ ਜਿਹੜੀ ਆ ਉਹ ਮਿਲ ਸਕੇ। ਕਿਉਂਕਿ ਜੇਕਰ ਉਹ ਉੱਥੇ ਵਰਕ ਕਰ ਰਿਹਾ ਵਾ ਜਿੱਥੇ ਕੀ ਆ ਉਹਨੂੰ ਸੈਲਰੀ ਨਹੀਂ ਮਿਲੇਗੀ, ਕਿਉਂਕਿ ਉਹ ਕੀ ਆ ਕੰਪਨੀ ਕੀ ਆ ਉਹ ਘਾਟੇ ਦੇ ਵਿੱਚ ਜਾ ਰਹੀ ਆ, ਤਾਂ ਉਹ ਕਦੇ ਵੀ ਉੱਥੇ ਵਰਕ ਨਹੀਂ ਕਰੇਗਾ। ਇਹ ਸੀਗੇ ਇੰਟਰਨਲ ਯੂਜ਼ਰ। ਐਕਸਟਰਨਲ ਯੂਜ਼ਰ ਦੀ ਗੱਲ ਕਰਦੇ ਹਾਂ ਵੀ ਜਿਹੜੇ ਬਾਹਰਲੇ ਬੰਦੇ ਆ ਉਹਨਾਂ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਕਿਉਂ ਜ਼ਰੂਰੀ ਆ। ਫਸਟ ਹੈਗਾ ਲੈਂਡਰ। ਉਹ ਬੰਦੇ ਜਿਨ੍ਹਾਂ ਨੇ ਕਿ ਪੈਸੇ ਸਾਨੂੰ ਉਧਾਰ ਦੇਣੇ ਆ ਜਾਂ ਸਭ ਤੋਂ ਪੈਸੇ ਲੈਣੇ ਹੁੰਦੇ ਆ। ਜਿਹੜੇ ਬੰਦਿਆਂ ਨੇ ਸਭ ਤੋਂ ਪੈਸੇ ਲੈਣੇ ਹੁੰਦੇ ਆ ਉਹ ਚੀਜ਼ ਨੂੰ ਚੈੱਕ ਕਰਦੇ ਆ ਵੀ ਸਾਡੀ ਅਕਾਊਂਟਿੰਗ ਇਨਫੋਰਮੇਸ਼ਨ ਨੂੰ, ਵੀ ਸਾਨੂੰ ਕਿੰਨਾ ਪ੍ਰੋਫਿਟ ਹੋ ਰਿਹਾ, ਕਿੰਨਾ ਲਾਸ ਹੋ ਰਿਹਾ। ਇਹ ਚੀਜ਼ ਮੈਟਰ ਕਰਦੀ ਹੈ, ਕਿਉਂਕਿ ਜੇਕਰ ਸਾਨੂੰ ਪ੍ਰੋਫਿਟ ਘੱਟ ਹੋਏਗਾ ਤਾਂ ਕੋਈ ਵੀ ਬੰਦਾ ਸਾਨੂੰ ਉਧਾਰ ਨਹੀਂ ਦੇਊਗਾ। ਉਹਨਾਂ ਨੂੰ ਇਹ ਚੀਜ਼ ਲੱਗੇਗੀ ਵੀ ਇਹ ਸਾਡਾ ਪੈਸੇ ਹੀ ਨਹੀਂ ਵਾਪਸ ਕਰ ਸਕਦੇ, ਤਾਂ ਉਹ ਪੈਸੇ ਮਰ ਜਾਣਗੇ। ਤਾਂ ਇਸ ਕਰਕੇ ਐਕਸਟਰਨਲ ਜਿਹੜੇ ਯੂਜ਼ਰ ਨੇ ਉਹਨਾਂ ਨੂੰ ਯੂਜ਼ ਪੈਂਦੀ ਹੈ ਅਕਾਊਂਟਿੰਗ ਇਨਫੋਰਮੇਸ਼ਨ ਦੀ। ਸੈਕਿੰਡ ਹੈਗਾ ਸਪਲਾਇਰ। ਵੀ ਹੁਣ ਜਿਵੇਂ ਇੱਕ ਪ੍ਰੋਡਕਸ਼ਨ ਸਟਾਰਟ ਕਰਨੀ ਹੁੰਦੀ ਹੈ, ਪ੍ਰੋਡਕਸ਼ਨ ਦੇ ਲਈ ਰॉ ਮਟੀਰੀਅਲ ਦੀ ਲੋੜ ਹੁੰਦੀ ਹੈ, ਤਾਂ ਰॉ ਮਟੀਰੀਅਲ ਕੀ ਹੁੰਦਾ? ਉਹ ਬੰਦਾ ਆਪ ਨਹੀਂ ਮੈਨੇਜ ਕਰ ਸਕਦਾ, ਉਹਨੂੰ ਬਾਹਰੋਂ ਹੀ ਕਿਸੇ ਨਾ ਕਿਸੇ ਪਾਸੇ ਨੂੰ ਹਾਇਰ ਕਰਨਾ ਪੈਂਦਾ। ਤਾਂ ਉਹ ਵੀ ਸਾਡੀ ਅਕਾਊਂਟਿੰਗ ਇਨਫੋਰਮੇਸ਼ਨ ਦੇ ਕੇ ਹੀ ਸਾਨੂੰ ਚੀਜ਼ਾਂ ਜਿਹੜੀਆਂ ਨੇ ਉਹ ਪ੍ਰੋਵਾਈਡ ਕਰਵਾਉਂਦਾ ਵਾ। ਥਰਡ ਹੈਗਾ ਵਾ ਕਸਟਮਰ। ਹੁਣ ਦੇਖੋ ਕਸਟਮਰ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਆ, ਕਿਉਂਕਿ ਉਹ ਅਕਾਊਂਟਿੰਗ ਇਨਫੋਰਮੇਸ਼ਨ ਨੂੰ ਦੇਖ ਕੇ ਚੱਲਦਾ ਵਾ, ਜਾਣੀ ਕਿ ਉਸਦੇ ਬ੍ਰੈਂਡ ਨੇਮ ਤੋਂ ਚੱਲਦਾ ਵਾ। ਵੀ ਇੱਕ ਪਰਸਨ ਜਿਵੇਂ ਕਿ ਹੁਣ ਅਸੀਂ ਕੀ ਆ ਮਾਲਸ ਦੇ ਵਿੱਚ ਜਾਈਏ, ਮੰਨ ਲਓ ਤੁਸੀਂ ਮਾਲ ਦੇ ਵਿੱਚ ਗਏ ਅਤੇ ਤੁਸੀਂ ਕੀ ਆ ਇੱਕ ਕੋਈ ਵੀ ਬ੍ਰਾਂਡ ਦੀ ਕੋਈ ਚੀਜ਼ ਖਰੀਦ ਲਈ। ਮੰਨ ਲਓ ਤੁਸੀਂ ਐਡੀਡਾਸ ਦਾ ਕੋਈ ਸ਼ੂ ਖਰੀਦਿਆ, ਐਡੀਡਾਸ ਦਾ ਜਿਹੜਾ ਸ਼ੂ ਆ ਉਹ 10,000 ਦਾ ਮਿਲਦਾ, ਅਤੇ ਉਹਦੀ ਜਿਹੜੀ ਕਾਪੀ ਆ ਉਹ ਕੀ ਆ 500 ਦੇ ਵਿੱਚ ਮਿਲਦੀ ਆ। ਤਾਂ ਜਿਹੜੇ ਤਾਂ ਗਰੀਬ ਲੋਕ ਨੇ ਉਹ ਸਿਰਫ ਕੀ ਆ 500 ਤੱਕ ਅਫੋਰਡ ਕਰ ਸਕਦੇ, ਤਾਂ ਉਹ 500 ਦਾ ਲੈਣਗੇ। ਪਰ ਜਿਹੜਾ ਰਿਚੈਸਟ ਪਰਸਨ ਆ ਉਹ ਕੀ ਆ, ਉਹ ਦੇਖਦਾ ਵੀ ਐਡੀਡਾਸ ਕੀ ਇੱਕ ਬ੍ਰਾਂਡ ਆ, ਉਹਦਾ ਨਾਮ ਚੱਲਦਾ ਪੂਰੇ ਵਰਲਡ ਦੇ ਵਿੱਚ, ਅਤੇ ਮੈਂ ਕੀ ਆ ਜੇਕਰ ਉਹਦਾ ਬ੍ਰਾਂਡ ਨੂੰ ਵੀਅਰ ਕਰਦਾ ਵਾਂ ਤਾਂ ਮੈਂ ਲੱਗੂਗਾ ਰਿਚੈਸਟ ਪਰਸਨ ਆ। ਤਾਂ ਇਹ ਚੀਜ਼ਾਂ ਮੈਟਰ ਕਰਦੀਆਂ ਨੇ ਉਹਦੀ ਅਕਾਊਂਟਿੰਗ ਇਨਫੋਰਮੇਸ਼ਨ ਦੇ ਨਾਲ। ਜੇਕਰ ਉਹ ਕੰਪਨੀ ਦਾ ਦਿਵਾਲੀਆ ਨਿਕਲਿਆ ਹੋਊ ਤਾਂ ਉਹਨੂੰ ਕੋਈ ਵੀ ਬ੍ਰਾਂਡ ਉਸ ਚੀਜ਼ਾਂ ਨੂੰ
ਮੰਨਦਾ ਨਹੀਂ ਹੈਗਾ ਜਾਂ ਉਸ ਚੀਜ਼ ਜਿਹੜਾ ਵਾ ਉਹ ਕਦੇ ਵੀ ਅਡੈਪਟ ਨਹੀਂ ਕਰ ਸਕਦੀ ਆਪਣੇ ਆਪ ਨੂੰ ਮਾਰਕੀਟ ਦੇ ਵਿੱਚ। ਇਹਦੀ ਸਭ ਤੋਂ ਵਧੀਆ ਐਗਜ਼ਾਮਪਲ ਹੈਗੀ ਆ ਮਾਈਕਰੋਮੈਕਸ। ਜੋ ਤੁਸੀਂ ਅੱਜ ਤੋਂ 4 ਸਾਲ ਪਹਿਲਾਂ ਦੇਖਿਆ ਜਾਂ 5 ਸਾਲ ਪਹਿਲਾਂ ਅਸੀਂ ਉਹਦਾ ਡਾਟਾ ਕਲੈਕਟ ਕਰੀਏ ਤਾਂ ਮਾਈਕਰੋਮੈਕਸ ਜਿਹੜੀ ਇੰਡੀਆ ਦੇ ਵਿੱਚ ਸੀਗੀ ਉਹ ਸਭ ਤੋਂ ਹਾਈਐਸਟ ਟੌਪ ਲੈਵਲ ਦੇ ਉੱਤੇ ਇੱਕ ਜਿਹੜੀ ਕੰਪਨੀ ਸੀਗੀ ਉਹ ਸੀਗੀ। ਬਟ ਹੁਣ ਜਿਹੜੇ ਅੱਜ ਦਾ ਦੌਰ ਦਾ ਯਾਨੀ ਕਿ ਪ੍ਰੈਜ਼ੈਂਟ ਟਾਈਮ ਦੀ ਗੱਲ ਕਰੀਏ ਤਾਂ ਮਾਈਕਰੋਮੈਕਸ ਦੀ ਕੋਈ ਵੀ ਚੀਜ਼ ਸਾਨੂੰ ਹੁਣ ਅਵੇਲੇਬਲ ਨਹੀਂ ਹੁੰਦੀ। ਕਿਉਂ? ਕਿਉਂਕਿ ਉਹ ਕੀ ਆਪਣੇ ਕਸਟਮਰਾਂ ਨੂੰ ਉਹ ਚੀਜ਼ਾਂ ਨਹੀਂ ਦੇ ਸਕੀ ਅਤੇ ਘਾਟੇ ਵਿੱਚ ਚਲੀ ਗਈ, ਤਾਂ ਕਰਕੇ ਉਹਨਾਂ ਦੇ ਕਸਟਮਰ ਦਾ ਉਹਦੇ ਤੋਂ ਟਰਸਟ ਟੁੱਟ ਗਿਆ। ਫਿਰ ਆਉਂਦੇ ਆ ਟੈਕਸ ਅਥਾਰਟੀਜ਼। ਹੁਣ ਜਿਹੜੇ ਬਾਹਰਲੀਆਂ ਅਥਾਰਟੀਜ਼ ਨੇ, ਟੈਕਸ ਅਥਾਰਟੀਜ਼ ਨੂੰ ਵੀ ਅਕਾਊਂਟਿੰਗ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਵੀ ਜਿਹੜਾ ਬੰਦਾ ਸਾਨੂੰ ਪ੍ਰੋਫਿਟ ਸ਼ੋਅ ਕਰ ਰਿਹਾ ਉਹ ਅਸਲ ਦੇ ਵਿੱਚ ਵੀ ਉਹਨੂੰ ਇੰਨਾ ਪ੍ਰੋਫਿਟ ਹੋਇਆ ਕਿ ਨਹੀਂ ਹੋਇਆ, ਉਹ ਮੈਨੂੰ ਟੈਕਸ ਘੱਟ ਤਾਂ ਨਹੀਂ ਪੇ ਕਰ ਰਿਹਾ ਜਾਂ ਗੌਰਮੈਂਟ ਨਾਲ ਚੀਟ ਤਾਂ ਨਹੀਂ ਕਰਦਾ। ਇਸ ਚੀਜ਼ ਨੂੰ ਰੋਕਣ ਦੇ ਲਈ ਵੀ ਐਕਸਟਰਨਲ ਅਫੇਅਰਸ ਦੇ ਵਿੱਚ ਯਾਨੀ ਕਿ ਐਕਸਟਰਨਲ ਯੂਜ਼ਰ ਦੇ ਲਈ ਅਕਾਊਂਟਿੰਗ ਇਨਫੋਰਮੇਸ਼ਨ ਜ਼ਰੂਰੀ ਹੁੰਦੀ ਹੈ। ਨੈਕਸਟ ਹੈਗਾ ਕੰਪੀਟੀਟਰ, ਵੀ ਜਿਹੜਾ ਸਾਡਾ ਕੀ ਆ ਅੰਗੇਜਡ ਆ ਸਾਡੇ ਨਾਲ। ਮੰਨ ਲਓ ਵੀ ਮੇਰਾ ਵੀ ਸ਼ੂਜ਼ ਦਾ ਕੰਮ ਆ ਅਤੇ ਜਿਹੜਾ ਮੇਰਾ ਫਰੈਂਡ ਆ ਉਹਦਾ ਵੀ ਸ਼ੂਜ਼ ਦਾ ਹੀ ਆ, ਤਾਂ ਉਹ ਮੇਰਾ ਕੰਪੀਟੀਟਰ ਹੋ ਗਿਆ। ਤਾਂ ਕੰਪੀਟੀਟਰ ਨੇ ਵੀ ਉਹ ਇਨਫੋਰਮੇਸ਼ਨ ਦੇਖਣੀ ਹੁੰਦੀ ਆ ਅਕਾਊਂਟਿੰਗ, ਵੀ ਉਹ ਮੇਰਾ ਨਾਲ ਦਾ ਜਿਹੜਾ ਕੰਪੀਟੀਟਰ ਆ ਉਹਦੀ ਵੈਲਥ ਕਿੰਨੀ ਆ ਜਾਂ ਉਹ ਕਿੰਨੇ ਤਰ੍ਹਾਂ ਨਾਲ ਪ੍ਰੋਫਿਟ ਅਰਨ ਕਰ ਰਿਹਾ ਜਾਂ ਨਹੀਂ ਕਰ ਰਿਹਾ। ਉਹ ਚੀਜ਼ਾਂ ਨੂੰ ਜੱਜ ਕਰਨ ਦੇ ਲਈ ਉਹਨੂੰ ਇਹ ਚੀਜ਼ਾਂ ਜ਼ਰੂਰੀ ਪੈਂਦੀਆਂ ਨੇ। ਨੈਕਸਟ ਹੈਗੀ ਆ ਗੌਰਮੈਂਟ। ਹੁਣ ਜਿਹੜੀ ਗੌਰਮੈਂਟ ਆ ਉਹਨੇ ਵੀ ਦੇਖਣਾ ਵਾ ਵੀ ਇੱਕ ਕੰਪਨੀ ਨੂੰ ਕਿੰਨਾ ਪ੍ਰੋਫਿਟ ਹੋ ਰਿਹਾ ਕਿੰਨਾ ਲਾਸ ਹੋ ਰਿਹਾ, ਕਿਉਂਕਿ ਗੌਰਮੈਂਟ ਨੇ ਉਹਦੇ ਰਿਲੇਟਡ ਹੀ ਰੂਲ ਐਂਡ ਰੈਗੂਲੇਸ਼ਨਸ ਬਣਾਉਣੀਆਂ ਨੇ। ਜਿਵੇਂ ਹੁਣ ਤੁਸੀਂ ਸੁਣਿਆ ਹੋਊਗਾ, ਮੇ ਬੀ ਜੋ ਤੁਸੀਂ ਨਿਊਜ਼ ਸੁਣਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਲਾਕਡਾਊਨ ਦੇ ਵਿੱਚ ਗੌਰਮੈਂਟ ਨੇ, ਸੈਂਟਰਲ ਗੌਰਮੈਂਟ ਨੇ ਇੱਕ ਪੈਕੇਜ ਇਸ਼ੂ ਕੀਤਾ 20 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਸੀ ਹੁਣ, ਵੀ ਜਿਹਦੇ ਵਿੱਚ ਉਹਨਾਂ ਨੇ ਕੋਵਿਡ-19 ਦੇ ਰਿਗਾਰਡਿੰਗ ਜਿਹੜੀਆਂ 6 ਜਿਹੜੇ ਮੇਨ ਸੈਕਟਰ ਸੀਗੇ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ ਅਤੇ ਆਪਣੀ ਇਕੋਨਮੀ ਨੂੰ ਵਧੀਆ ਚੱਕਣ ਦੇ ਲਈ ਇਹ ਪੈਕੇਜ ਲਾਂਚ ਕੀਤਾ। ਤਾਂ ਜੋ ਉਹ ਕੀ ਆ, ਇਹ ਸਾਰੀਆਂ ਚੀਜ਼ਾਂ ਕਿੱਥੋਂ ਪਤਾ ਲੱਗੀਆਂ? ਸਾਡੀ ਅਕਾਊਂਟਿੰਗ ਇਨਫੋਰਮੇਸ਼ਨ ਤੋਂ, ਵੀ ਕਿੱਥੇ ਕਿਹੜੀ ਕੰਪਨੀਆਂ ਨੂੰ ਘਾਟਾ ਪੈ ਰਿਹਾ ਤਾਂ ਉਹਨਾਂ ਨੂੰ ਉੱਪਰ ਚੱਕਿਆ ਜਾਵੇ ਤਾਂ ਜੋ ਇੰਡੀਆ ਜਿਹੜਾ ਵਾ ਉਹ ਗਰੋਥ ਕਰ ਸਕੇ। ਲਾਸਟ ਵਨ ਹੈਗਾ ਪਬਲਿਕ ਹੁੰਦਾ ਕਾਮਨ ਪੀਪਲਸ, ਵੀ ਕਾਮਨ ਪੀਪਲ ਨੂੰ ਵੀ ਉਹ ਐਕਸਟਰਨਲ ਇਨਫੋਰਮੇਸ਼ਨ ਚਾਹੀਦੀ ਆ, ਵੀ ਕਿਉਂਕਿ ਕੱਲ੍ਹ ਨੂੰ ਜੇਕਰ ਉਹ ਪੈਸਾ ਲਗਾ ਰਹੇ ਨੇ ਉਸ ਕੰਪਨੀ ਦੇ ਵਿੱਚ ਵੀ ਉਹਨਾਂ ਨੂੰ ਰਿਟਰਨ ਵਾਪਸ ਆਉਣਗੇ ਕਿ ਨਹੀਂ ਆਉਣਗੇ। ਤਾਂ ਇਹ ਸੀਗੇ ਸਾਡੇ ਯੂਜ਼ਰਸ ਜਿਨ੍ਹਾਂ ਨੇ ਅਕਾਊਂਟਿੰਗ ਇਨਫੋਰਮੇਸ਼ਨ ਯੂਜ਼ ਕਰਨੀ ਹੁੰਦੀ ਆ। ਨੈਕਸਟ ਸਾਡਾ ਟੌਪਿਕ ਹੈਗਾ ਰੋਲ ਆਫ ਅਕਾਊਂਟਿੰਗ ਇਨ ਦੀ ਬਿਜ਼ਨਸ। ਹੁਣ ਸਾਡੇ ਬਿਜ਼ਨਸ ਦੇ ਵਿੱਚ ਅਕਾਊਂਟਿੰਗ ਦਾ ਕੀ ਰੋਲ ਹੈ? ਅਕਾਊਂਟਿੰਗ ਦੇ ਜਿਹੜੇ ਮੇਨ ਜਿਹੜੀਆਂ ਨੇ ਉਹ 3 ਪਾਰਟਸ ਦੇ ਵਿੱਚ ਵੰਡੀਆਂ ਗਈਆਂ ਨੇ। ਕਿਹੜੀਆਂ? ਕਾਸਟ ਅਕਾਊਂਟਿੰਗ, ਮੈਨੇਜਮੈਂਟ ਅਕਾਊਂਟਿੰਗ ਅਤੇ ਫਾਈਨੈਂਸ਼ੀਅਲ ਅਕਾਊਂਟਿੰਗ। ਫਾਈਨੈਂਸ਼ੀਅਲ ਅਕਾਊਂਟ ਦਾ ਮਤਲਬ ਵੀ ਜਿਹੜਾ ਮਨੀ ਦੇ ਨਾਲ ਡੀਲ ਕਰ ਰਿਹਾ, ਵੀ ਸਾਡੇ ਕੋਲ ਪੈਸਾ ਕਿੱਥੋਂ ਆ ਰਿਹਾ ਕਿੱਥੇ ਜਾ ਰਿਹਾ ਅਤੇ ਅਸੀਂ ਉਹਦਾ ਕਿਸ ਤਰੀਕੇ ਨਾਲ ਯੂਜ਼ ਕਰਨਾ, ਉਹਨੂੰ ਅਸੀਂ ਕਹਿੰਦੇ ਹਾਂ ਫਾਈਨੈਂਸ਼ੀਅਲ ਅਕਾਊਂਟਿੰਗ ਕਹਿੰਦੇ ਹਾਂ। ਨੈਕਸਟ ਹੈਗੀ ਆ ਮੈਨੇਜਮੈਂਟ ਅਕਾਊਂਟਿੰਗ, ਵੀ ਜਿੰਨਾ ਸਾਡੇ ਕੋਲ ਪੈਸਾ ਆਇਆ ਹੋਇਆ ਵੀ ਅਸੀਂ ਆਪਣੀ ਅੰਦਰਲੀ ਔਰਗਨਾਈਜੇਸ਼ਨ ਯਾਨੀ ਕਿ ਸਾਡੇ ਸਟਾਫ ਦੇ ਨਾਲ ਅਸੀਂ ਉਸ ਪੈਸੇ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਨਾ ਅਤੇ ਉਸੇ ਪੈਸੇ ਦੇ ਵਿੱਚ ਅਸੀਂ ਪ੍ਰੋਡਕਸ਼ਨ ਕਰਨੀ ਹੈ, ਸੇਲ ਕਰਨੀ ਆ ਅਤੇ ਉੱਥੋਂ ਹੀ ਪ੍ਰੋਫਿਟ ਅਰਨ ਕਰਨਾ। ਇਹ ਸਾਰੀਆਂ ਚੀਜ਼ਾਂ ਦਾ ਵਰਕ ਕਿਹਨੇ ਦੇਖਣਾ ਵਾ? ਮੈਨੇਜਮੈਂਟ ਅਕਾਊਂਟਿੰਗ ਨੇ। ਕਾਸਟ ਅਕਾਊਂਟਿੰਗ ਤੁਹਾਨੂੰ ਪਤਾ ਹੀ ਆ ਵੀ ਜਿਸ ਦੇ ਨਾਲ ਅਸੀਂ ਘੱਟ ਤੋਂ ਘੱਟ ਕਾਸਟ ਕਰ ਸਕੀਏ ਅਤੇ ਆਪਣਾ ਕੀ ਆਪਣੇ ਜਿਹੜੇ ਪ੍ਰੋਡਕਟ ਦੀ ਆ ਉਹਦੀ ਕਾਸਟ ਨੂੰ ਘਟਾ ਕੇ ਅਤੇ ਪ੍ਰੋਫਿਟ ਨੂੰ ਵਧਾਇਆ ਜਾ ਸਕੇ। ਹੁਣ ਜਿਹੜੇ ਇਹਦੇ ਬੇਸਿਕ ਰੋਲ ਕੀ ਨੇ? ਇਹਦੇ ਵਿੱਚ ਅਸੀਂ ਮੈਜਰ ਕਰਦੇ ਹਾਂ, ਰਿਕਾਰਡਿੰਗ ਕਰਦੇ ਹਾਂ, ਐਨਾਲਾਈਜ਼ ਕਰਦੇ ਹਾਂ, ਸਮਰਾਈਜ਼ ਕਰਦੇ ਹਾਂ, ਰਿਪੋਰਟਿੰਗ ਅਕਾਊਂਟਿੰਗ ਐਕਟੀਵਿਟੀਜ਼। ਵੀ ਜਿਹੜੀ ਸਾਡੀ ਅਕਾਊਂਟਿੰਗ ਆ ਉਹ ਕੀ ਆ? ਪਹਿਲਾਂ ਤਾਂ ਅਸੀਂ ਚੀਜ਼ ਨੂੰ ਮੈਜਰ ਕਰਦੇ ਹਾਂ, ਵੀ ਜੱਜ ਕਰਦੇ ਹਾਂ ਵੀ ਉਹ ਕਿੰਨੇ ਦੀ ਆ। ਫਿਰ ਮੈਂ ਉਸ ਚੀਜ਼ ਨੂੰ ਰਿਕਾਰਡ ਕਰ ਲੂੰਗਾ ਵੀ ਹਾਂ ਮੈਂ ਇੰਨੀ ਚੀਜ਼ ਦੀ ਖਰੀਦ ਲਈ। ਫਿਰ ਮੈਂ ਐਨਾਲਾਈਜ਼ ਕਰੂੰ ਵੀ ਜਿਹੜੀ ਮੈਂ ਟ੍ਰਾਂਜੈਕਸ਼ਨ ਕੀਤੀ ਉਹ ਠੀਕ ਵੀ ਕੀਤੀ ਕਿ ਨਹੀਂ ਕੀਤੀ। ਫਿਰ ਮੈਂ ਉਹਨੂੰ ਸਮਰਾਈਜ਼ ਕਰੂੰ ਵੀ ਮੈਨੂੰ ਉਹਦੇ ਵਿੱਚੋਂ ਕੋਈ ਪ੍ਰੋਬਲਮ ਤਾਂ ਨਹੀਂ ਕ੍ਰੀਏਟ ਹੋਈ। ਫਿਰ ਮੈਂ ਰਿਪੋਰਟ ਤਿਆਰ ਕਰਕੇ ਉਹ ਦੱਸੂੰਗਾ ਵੀ ਭਾਈ ਮੈਨੂੰ ਇਹਦੇ ਵਿੱਚ ਪ੍ਰੋਫਿਟ ਹੋਇਆ ਕਿ ਲਾਸ ਹੋਇਆ। ਸੈਕਿੰਡ ਹੈਗਾ ਫੁਲਫਿਲ ਦੀ ਇਨਫੋਰਮੇਸ਼ਨ ਨੀਡਸ ਆਫ ਟੂ ਦੀਆਂ ਇੰਟਰਨਲ ਐਂਡ ਐਕਸਟਰਨਲ ਯੂਜ਼ਰ। ਵੀ ਹੁਣ ਫਿਰ ਮੈਂ ਇਹਦੇ ਵਿੱਚ ਜਿਹੜੀਆਂ ਮੇਰੀਆਂ ਇਨਫੋਰਮੇਸ਼ਨਸ ਨੇ ਉਹਦੀ ਨੀਡ ਨੂੰ ਪੂਰਾ ਕਰੂੰਗਾ ਇੰਟਰਨਲ ਅਤੇ ਐਕਸਟਰਨਲ ਜਿਹੜੇ ਯੂਜ਼ਰਸ ਨੇ। ਅਤੇ ਲਾਸਟ ਵਨ ਜਿਹੜਾ ਪੁਆਇੰਟ ਆ ਉਹ ਪ੍ਰੋਵਾਈਡ ਦੀ ਆ ਮੈਨੇਜਮੈਂਟ ਵਿਦ ਟੂ ਦੀ ਇਨਫੋਰਮੇਸ਼ਨ ਆਫ ਟੂ ਦੀ ਅਸਿਸਟ ਟੂ ਦੀ ਡਿਸੀਜ਼ਨ ਮੇਕਿੰਗ ਐਂਡ ਅਦਰ ਐਕਟੀਵਿਟੀਜ਼। ਵੀ ਹੁਣ ਜਿਹੜੀ ਸਾਡੀ ਮੈਨੇਜਮੈਂਟ ਆ ਯਾਨੀ ਕਿ ਜਿਹੜੇ ਸਾਡੇ ਪ੍ਰਬੰਧ ਕਰਦੇ ਆ ਤਾਂ ਉਸ ਚੀਜ਼ਾਂ ਨੂੰ ਇਨਫੋਰਮੇਸ਼ਨ ਨੂੰ ਅਸਿਸਟ ਕਰਨਾ ਅਤੇ ਉਸ ਤਰੀਕੇ ਨਾਲ ਡਿਸੀਜ਼ਨ ਮੇਕਿੰਗ ਕਰਨੀ, ਇਹ ਸਾਰਾ ਕੰਮ ਕਿਹਦਾ ਹੁੰਦਾ? ਮੈਨੇਜਮੈਂਟ ਦਾ ਹੁੰਦਾ ਵਾ। ਆਈ ਹੋਪ ਤੁਹਾਨੂੰ ਇਹ ਸੈਸ਼ਨ ਪਸੰਦ ਆਇਆ ਹੋਵੇਗਾ। ਇਸ ਸੈਸ਼ਨ ਦੇ ਵਿੱਚ ਜਿਹੜੀਆਂ ਵੀ ਅਸੀਂ ਅੱਜ ਗੱਲਾਂ ਕੀਤੀਆਂ ਇੱਕ ਪੂਰੇ ਚੈਪਟਰ ਨੂੰ ਕੰਪਲੀਟ ਕਰਦੀਆਂ ਨੇ। ਸਾਡਾ ਇੱਕ ਫਸਟ ਚੈਪਟਰ ਜਿਹੜਾ ਉਹ ਪੂਰਾ ਕੰਪਲੀਟ ਹੋ ਚੁੱਕਿਆ ਵਾ। ਤੁਹਾਨੂੰ ਇਸ ਚੈਪਟਰ ਦੇ ਰਿਗਾਰਡਿੰਗ ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਇਸ਼ੂ ਕ੍ਰੀਏਟ ਹੋ ਰਿਹਾ ਤਾਂ ਮੈਨੂੰ ਪਲੀਜ਼ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਜਿਹੜਾ ਸੈਕਿੰਡ ਸੈਸ਼ਨ ਹੋਏਗਾ ਯਾਨੀ ਕਿ ਸੈਕਿੰਡ ਅਸੀਂ ਜਿਹੜਾ ਇਹਦਾ ਟੌਪਿਕ ਸਟਾਰਟ ਕਰਾਂਗੇ, ਉਹਨੂੰ ਸਟਾਰਟ ਕਰਨ ਦੇ ਨਾਲ ਮੈਂ ਤੁਹਾਡੇ ਐਂਡ ਦੇ ਵਿੱਚ ਇੱਕ ਥੋੜ੍ਹਾ ਜਿਹਾ ਛੋਟਾ ਜਿਹਾ ਟੈਸਟ ਰੱਖੂੰਗਾ ਜਿਹਦੇ ਵਿੱਚ ਅਸੀਂ 4 ਕੁਐਸਚਨ ਯਾਨੀ ਕਿ MCQ ਕੁਐਸਚਨ ਤੁਹਾਨੂੰ ਪਾਊਂਗਾ ਅਤੇ ਤੁਹਾਨੂੰ ਉਹਨਾਂ ਦੇ ਆਨਸਰ ਦੇਣੇ ਆ। ਤੁਸੀਂ ਉਹ ਆਨਸਰ ਮੇਰੇ ਕਮੈਂਟ ਬਾਕਸ ਦੇ ਵਿੱਚ ਪਾ ਸਕਦੇ ਹੋ ਤਾਂ ਜੋ ਫਿਰ ਮੈਂ ਤੁਹਾਨੂੰ ਉਹਦਾ ਐਨਾਲਾਈਜ਼ ਕਰ ਸਕਾਂ ਵੀ ਤੁਹਾਨੂੰ ਕਿੰਨੀ ਕੁ ਚੀਜ਼ਾਂ ਇਹ ਸਮਝ ਆਈਆਂ ਕਿੰਨੀਆਂ ਕਿ ਨਹੀਂ ਆਈਆਂ। ਜੇਕਰ ਤੁਹਾਨੂੰ ਫਿਰ ਵੀ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਆਏ ਤਾਂ ਮੈਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਅਤੇ ਜੇਕਰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।